हरि ओम तत्सत। हरि ओम तत्सत। हरि ओम तत्सत। देखो, संत लोग कोई ऐसा नहीं गा कि इक्के मां दे उदर चों ही सारे प्रगट होई जान। नाना प्रकार दे उदर राही प्रगट होके उस दे बारे इन्हां ने बोलना, जताउणा, जानना और जणाउणा कीता है कि ਜਿਹੜਾ ਕਿਸੇ ਵੀ ਮਾਂ ਦੇ ਉਦਰ ਦੇ ਵਿੱਚੋਂ ਨਹੀਂ ਪੈਦਾ ਹੁੰਦਾ। ਲੋਕਾਂ ਨੂੰ ਇਹ ਇੱਕ ਭਰਮ ਭ੍ਰਾਂਤੀ ਬਣ ਗਈ ਕਿ ਪਰਮਾਤਮਾ ਦਾ ਕੋਈ ਨਾਮ ਹੈ। ਜਿਹੜੇ ਗਿਆਨੀ ਪੁरुष है, ज्ञानी मैं ना कि जिन्होंने अपने स्वरूप में ज्ञान नू समझ लिया कि मैं खुद ज्ञान स्वरूप हूं, उन्होंने मेहणे और सिठणियां इको है। जिन्होंने इसनू समझिया नहीं, देखो किहड़े नां दी गल करिए। गुरबाणी दे विच शब्द आउंदे कि हे गोबिंद, हे गोपाल, हे दयाल लाल, प्राणनाथ अनाथ सखे दीन दर्द निवार, हे समरथ अगम पूर्ण मोहे मया धार, अंधकोप महाभयान नानक पार उतार। किन्ने नाम बोले गुरुआं नूं किसे बोली नाम तो परहेज है। भी मेरे संकल्प दे अंदर ना जाने किन्नियां आवाजां, किन्ने नाम कल्पत ऐ उड्डे फिरदे है, जिवें नेरी शांत होण जे तो बाद भी कण उड्डे फिरदे आकाश मंडल दे विच। जिन्हां नूं पता नहीं लग्गिया वो एक नाम ते टिक गए है। ਜਿਹੜੇ ਗੁਰੂ ਬਾਣੀ ਨੂੰ ਮੰਨਣ ਵਾਲੇ ਵੀ ਹੈ, ਉਹ ਮਾਨਤਾ ਤਾਂ ਉਹਨਾਂ ਦੀ ਗੁਰਬਾਣੀ ਤੇ ਹੈ, ਤੇ ਪ੍ਰਗਿਆ ਦਾ ਨਾ ਤਾਂ ਅਨੁਭਵ ਹੈ, ਨਾ ਪ੍ਰਗਿਆ ਮੇ ਵਿਸ਼ਵਾਸ ਹੈ। ਕਿਵੇਂ ਵੀ ਵਾਹਿਗੁਰੂ ਆਖੇ ਤੋਂ ਤਾਂ ਪਰਮਾਤਮਾ खुश हुंदा है, और हरि ओम कहने से नाराज हुंदा है, सतनाम कहने से कोई फर्क पैंदा है। ये ओही है कि लोगां ने लाड दे नाल अपने छोटे बालां दे बच्चियां दे किन्ने किन्ने नाम रखे है। ਉਹਨਾਂ ਨੂੰ ਪਿਆਰੇ ਲੱਗਦੇ ਆ, ਉਹ ਕਿਸੇ ਨਾਂ ਨਾਲ ਬੋਲ ਦਿੰਦੇ ਆ, ਔਰ ਕੋਈ ਕਿਸੇ ਨਾਮ ਨਾਲ ਬੋਲ ਦਿੰਦੇ ਆ, ਕਿਉਂਕਿ ਉਹਨਾਂ ਨੂੰ ਉਹ ਨਾਮ ਪਿਆਰੇ ਲੱਗਦੇ। ਐਸੇ ਤਰ੍ਹਾਂ ਉੱਤਮ ਜਗਿਆਸੂਆਂ ਨੇ ਜੈਸੇ ਉਹਨਾਂ ਨੂੰ ਪ੍ਰੇਤਾ ਦਿਸੀ, ਉਹਨਾਂ ਨੇ ਨਾਮ ਪ੍ਰਭੂ ਦੇ ਬੋਲੇ, ਉਹਨਾਂ ਨੂੰ ਮਿੱਠੇ ਲੱਗੇ। ਜਿਨ੍ਹਾਂ ਨੂੰ ਪਤਾ ਨਹੀਂਗਾ, ਨਾ ਤਾਂ ਪ੍ਰਭੂ ਦਾ ਪਤਾ ਹੈ ਔਰ ਨਾ ਨਾਮ ਦਾ ਪਤਾ ਹੈ,
ਜਿਨ੍ਹਾਂ ਨੂੰ ਇਸੇ ਪ੍ਰਕਾਰ ਪਤਾ ਲੱਗਿਆ ਵੀ ਪਰਮਾਤਮਾ ਇੱਕ ਐਸੀ ਸਤਾ ਹੈ, ਨਾ ਪਰਮਾਤਮਾ ਆਦਮੀ ਹੈ, ਨਾ ਪਰਮਾਤਮਾ ਔਰਤ ਹੈ, ਨਾ ਪਰਮਾਤਮਾ ਪਸ਼ੂ ਹੈ, ਨਾ ਪੰਛੀ ਹੈ। ਜਿਹੜਾ ਜਿਸ ਸਤਾ ਸੇ ਪੰਛੀ ਨੂੰ ਗਿਆਨ ਹੈ, ਜਿਸ ਗਿਆਨ ਸੇ ਪਸ਼ੂ ਨੂੰ ਗਿਆਨ ਹੈ, ਜਿਸ ਗਿਆਨ ਸੇ ਮਾਨਵ ਦਾਨਵ ਨੂੰ ਗਿਆਨ ਹੋ ਰਿਹਾ ਹੈ, ਜਿਸ ਗਿਆਨ ਸੇ ਉਹ ਸਫੁਰਨਤਾ ਹੋ ਰਹੀ ਹੈ, ਉਹ ਗਿਆਨ ਆ ਜਿਹੜਾ ਉਹ ਅਸੰਗ ਸਤਾ ਹੈ। ਉਸ ਸਤਾ ਨੂੰ ਪਹਿਚਾਨ ਲੈਣਾ, ਇੱਕ ਗ੍ਰੰਥਾਂ ਦੁਆਰਾ ਪਰੋਕਸ਼ ਰੂਪ ਸੇ ਜਾਣ ਲੈਣਾ, ਇੱਕ ਉਹ ਵੀ ਹੈ ਕਿ ਨਾ ਜਾਣਨਾ ਨਾ ਪਛਾਨਣਾ, ਉਹਨਾਂ ਦੇ ਪੱਲੇ ਭਟਕਣਾ ਹੀ ਰਹਿ ਜਾਂਦੀ ਹੈ। ਤਾਂ ਭਟਕਦੇ ਫਿਰਦੇ ਆ। ਇਹਦੇ ਗੁਰੂ ਲੋਕਾਂ ਨੇ ਦ੍ਰਿਸ਼ਟਾਂਤ ਦਿੱਤੇ, ਆਖੇ ਜਬ ਕਨਕ ਕੋ ਕੁਠਾਰੀ ਚਾੜਿਓ ਕਬਰੋ ਹੋਤ ਫਿਰੇ। ਜਿਹੜਾ ਸੋਨਾ ਹੈ ਕਈ ਲੋਕਾਂ ਨੇ ਪਹਿਨਿਆ ਹੁੰਦਾ, ਉਹ ਪਹਿਨਣ ਦੇ ਨਾਲ ਉਹਦੇ ਨਾਲ ਮਲ ਮਿੱਟੀ ਲੱਗੀ ਹੁੰਦੀ ਹੈ। ਜਦੋਂ ਕੋਈ ਉਹਦਾ ਆਦਾਨ ਪ੍ਰਦਾਨ ਕਰਨ ਲਈ, ਉਹ ਵੇਚਣ ਲਈ ਸਮਾਰ ਪਾਸ ਜਾਂਦਾ ਤਾਂ ਉਹਦੀ ਉਹ ਚੀਜ਼ ਦਿੱਤੀ ਹੋਈ ਨੂੰ ਉਹ ਕੁਠਾਲੀ ਕੋਲੇ ਤੇ ਰੱਖ ਕੇ ਅਗਨੀ ਦੇ ਉੱਤੇ ਜਦੋਂ ਪਾਉਂਦਾ ਤੇ ਤੜਕ ਤੜਕ ਕਰਕੇ ਭੁੜਕਦਾ ਕਿਉਂ ਆ ਕਿ ਉਹਦੇ 'ਚ ਖੋਟ ਆ, ਮੈਲ ਹੈ, ਉਹ ਟਿਕਦਾ ਨਹੀਂ ਉਹਦੇ 'ਚ। ਤਾਂ ਗ੍ਰੰਥਾਂ ਦੇ ਸੰਤਾਂ ਨੇ, ਗਿਆਨੀ ਪੁਰਸ਼ਾਂ ਨੇ ਕਿਹਾ ਕਿ ਘੱਟ ਤੋਂ ਘੱਟ ਇਹਨੂੰ 12 ਅਗਨੀਆਂ ਦੇਣੀਆਂ ਪੈਂਦੀਆਂ, ਫਿਰ ਉਹ ਸ਼ੁੱਧ ਹੋ ਜਾਂਦਾ, ਫਿਰ ਭੁਟਕਦਾ ਨਹੀਂਗਾ, ਤੜਫਦਾ ਨਹੀਂਗਾ, ਕੋਠਾਲੀ 'ਚ ਲਾਲ ਲਾਲ ਹੋ ਕੇ ਅਗਨੀ ਰੂਪ ਤਾਂ ਹੋ ਜਾਂਦਾ, ਪਰ ਭੁੜਕ ਕੇ ਕਹੀਂ ਜਾਂਦਾ ਨਹੀਂ। ਇਹਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਹੜੇ ਲੋਕ ਵਾਹਿਗੁਰੂ ਵਾਹਿਗੁਰੂ ਅਥਵਾ ਕੋਈ ਹੋਰ ਨਾਮ ਨਾਲ ਰਾਰੰਕਾਰ ਰਵਰੰਕਾਰ ਕਈ ਲੋਕ ਲੈਂਦੇ, ਉਹਨਾਂ ਨੇ ਨਾ ਤਾਂ ਆਪਣੇ ਵਿਗਿਆਨ 'ਚ ਇਹ ਨਾਮ ਹੈ, ਨਾ ਹੀ ਆਪਣੇ ਵਿਗਿਆਨ 'ਚ ਉਹ ਰੂਪ ਹੈ ਜਿਹਦਾ ਨਾਮ ਬੋਲਦੇ। ਤਾਂ ਗੁਰੂਆਂ ਨੇ ਦ੍ਰਿਸ਼ਟਾਂਤ ਦਿੱਤਾ ਵੀ ਭਾਈ ਇਹਨਾਂ ਲੋਕਾਂ ਦੀ ਇਹ ਹਾਲਾਤ ਹੈ। ਆਖੇ ਕਿਵੇਂ? ਅਗੇ ਜਬ ਕਨਕੋ ਕੋਠਾਲੀ ਚਾੜਿਓ ਕਬਰੋ ਹੋਤ ਫਿਰੇ, ਤੇ ਜਬ ਤੇ ਸੁਧ ਭਏ ਹੈ 12 ਤਬ ਤੇ ਥਾਨ ਥਿਰੋ। ਜਿੰਨਾ ਚਿਰ ਉਹ ਸੁੱਧ ਨਹੀਂ ਸੀਗਾ, ਭੁੜਕ ਭੁੜਕ ਕੇ ਬਾਹਰ ਨਿਕਲਦਾ ਸੀ, ਤੇ ਜਦੋਂ ਸਾਰੀ ਮਲ ਦੂਰ ਹੋ ਗਈ, ਇੱਕ ਰੇਣੀ ਡਲੀ ਬਣ ਕੇ ਟਿਕ ਗਿਆ। ਐਸੇ ਤਰ੍ਹਾਂ ਹੀ ਬੱਸਾਂ ਟਰੱਕਾਂ ਭਰੇ ਹੋਏ ਮਨੁੱਖ ਕੋਈ ਕਿਸੇ ਪਾਸੇ ਨੂੰ ਜਾਂਦਾ, ਕੋਈ ਕਿਸੇ ਪਾਸਿਓਂ ਆਉਂਦਾ, ਕਿਉਂਕਿ ਉਹਨਾਂ ਨੂੰ ਮਲ ਔਰ ਵਿਖੇਪ ਹੈ ਜਿਹੜਾ ਇਹ ਟਿਕਣ ਨਹੀਂ ਦਿੰਦਾ। ਸੋਨੇ ਨੂੰ ਮੈਲ ਨਹੀਂ ਟਿਕਣ ਦਿੰਦੀ, ਇਹਨਾਂ ਨੂੰ ਮਲ ਵਿਖੇਪ ਆ ਜਿਹੜੇ ਇਹ ਟਿਕਣ ਨਹੀਂ ਦਿੰਦੇ। ਤਾਂ ਜਿੱਥੇ ਜਾਂਦੇ ਆ ਉੱਥੋਂ ਇਹ ਹੀ ਪਤਾ ਲੱਗਦਾ ਵੀ ਸੁੱਖ ਸ਼ਾਂਤੀ ਲਈ ਗਏ ਸੀ ਤੇ ਦੁੱਖ ਦੀਆਂ ਪੰਡਾਂ ਲੈ ਕੇ ਮੁੜੇ। ਕਿਉਂ ਮੁੜੇ?
ਕਿ ਕਈ ਸਾਥੀ ਉੱਥੇ ਕਿਸੇ ਘਟਨਾ ਦੇ ਸ਼ਿਕਾਰ ਹੋ ਕੇ ਮ੍ਰਿਤੂ ਹੋ ਜਾਂਦੇ। ਇਸ ਕਰਕੇ ਉਹ ਭਟਕਦੇ ਕਿਉਂ ਫਿਰਦੇ ਆ? ਤਾਂ ਉਹਨਾਂ ਦੇ ਜਿਹੜੇ ਦੋਸ਼ ਹੈ ਮਲ ਔਰ ਵਿਖੇਪ ਹੈ, ਉਹ ਦੋਸ਼ ਉਹਨਾਂ ਨੂੰ ਟਿਕਣ ਨਹੀਂ ਦਿੰਦੇ। ਤਾਂ ਜਿਹੜੇ ਸੂਝਵਾਨ ਲੋਕ ਆ ਉਹ ਪਰਖ ਕਰ ਲੈਂਦੇ ਆ। ਇਹ ਜਿਤਨੇ ਵੀ ਲੋਕ ਫਿਰਦੇ ਆ, ਸੰਤ ਲੋਕਾਂ ਦੀ ਯਾਤਰਾ ਤੇ ਅੱਗ ਲੋਕਾਂ ਦੀ ਯਾਤਰਾ ਤੇ ਭਟਕੇ ਹੋਇਆਂ ਦੀ ਯਾਤਰਾ ਨਿਆਰੀ ਨਿਆਰੀ। ਸੰਤ ਲੋਕ ਯਾਤਰਾ ਕਰਕੇ ਕਿਉਂ ਜਾਂਦੇ ਆ? ਉਹ ਜਾਂਦੇ ਆ ਵੀ ਅਮਕੇ ਤੀਰਥ ਤੇ, ਉਸ ਸਥਾਨ ਤੇ ਭਟਕੇ ਹੋਏ ਲੋਕ ਆਉਣਗੇ, ਚਲੋ ਉੱਥੇ ਚਲੀਏ, ਉਹਨਾਂ ਨੂੰ ਕੁਛ ਦੱਸਾਂਗੇ, ਜਿਸ ਕਰਕੇ ਉਹਨਾਂ ਦੇ ਮਲ ਵਿਖੇਪ ਦੂਰ ਹੋਊ ਤੇ ਭਟਕਣ ਤੋਂ ਬਚਣਗੇ। ਅੱਗ ਪੁਰਸ਼ ਜਾਂਦੇ ਆ ਵੀ ਚਲੋ ਉਸ ਸਥਾਨ ਤੇ ਚਲੀਏ, ਉੱਥੇ ਇਹ ਸੁਣਿਆ ਵੀ ਜੋ ਮਨ ਦੇ ਵਿੱਚ ਲੈ ਕੇ ਜਾਂਦਾ ਹੈ ਕਾਮਨਾ, ਉਹ ਪੂਰੀ ਹੁੰਦੀ ਆ। ਇੱਥੋਂ ਪੈਦਲ ਜਾਂਦਾ ਹੈ ਤੇ ਆਉਂਦੇ ਨੂੰ ਉਹਨੂੰ ਸਕੂਟਰ ਮਿਲ ਜਾਂਦਾ ਹੈ, ਇਧਰੋਂ ਗੱਡੀ ਤੇ ਜਾਂਦਾ ਹੈ ਤਾਂ ਆਉਂਦਿਆਂ ਨੂੰ ਉਹਨੂੰ ਕਾਰਾਂ ਮਿਲ ਜਾਂਦੀਆਂ, ਚੜ੍ਹਨ ਨੂੰ ਉਹ ਕਈ ਤਾਂ ਕਾਰਾਂ ਸਕੂਟਰ ਭਾਲਦੇ ਯਾਤਰਾ ਕਰਦੇ। ਕਈ ਭਗਵਾਨ ਨੂੰ ਭਾਲਦੇ ਕਰਦੇ ਆ। ਤਾਂ ਦੂਜੇ ਪਾਸੇ ਆ ਵੀ ਚਲੋ ਜੇ ਭਗਵਾਨ ਮਿਲ ਜੇ ਤਾਂ ਕੀ ਸੰਬੰਧ ਆ ਭਗਵਾਨ ਨਾਲ ਤੇਰਾ? ਕੋਈ ਰਿਸ਼ਤੇਦਾਰੀ, ਕੋਈ ਨਾਤੇਦਾਰੀ ਕੀ ਹੈ? ਤਾਂ ਕਈ ਕਹਿੰਦੇ ਵੀ ਅਸੀਂ ਭਗਵਾਨ ਨੂੰ ਨਹੀਂ ਮਿਲਣਾ, ਨਾ ਕੋਈ ਸਮੱਗਰੀ ਚਾਹੁੰਦੇ, ਤਾਂ ਅਸੀਂ ਤਾਂ ਗੁਰੂ ਨੂੰ ਚਾਹੁੰਦੇ ਆ। ਤਾਂ ਫਿਰ ਇੱਥੇ ਆ ਜਾਏਗਾ ਵੀ ਜੇਕਰ ਗੁਰੂ ਨੂੰ ਚਾਹੁੰਦੇ ਆ ਤਾਂ ਤੁਹਾਡੀ ਅੱਛੀ ਬੁੱਧੀ ਹੈ ਬਈ। ਅਗਰ ਗੁਰੂ ਨੂੰ ਚਾਹੁੰਦੇ ਤਾਂ ਗੁਰੂ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ, ਤੇ ਇੱਥੇ ਹੈ ਨਹੀਂਗਾ ਜਿੱਥੋਂ ਚੱਲੇ ਆ। ਜਹਾਂ ਜਾਓਗੇ ਉੱਥੇ ਗੁਰੂ ਗ੍ਰੰਥ ਸਾਹਿਬ ਹੀ ਹੈ ਨਾ, ਤੇ ਜਿੱਥੋਂ ਅਸੀਂ ਚੱਲੇ ਆ ਇਸ ਗੁਰੂ ਗ੍ਰੰਥ ਸਾਹਿਬ 'ਚ ਤੇ ਉਸ ਗੁਰੂ ਗ੍ਰੰਥ ਸਾਹਿਬ 'ਚ ਕੋਈ ਤੁਹਾਨੂੰ ਫਰਕ ਲੱਗਦਾ? ਤਾਂ ਇਥੋਂ ਇਹ ਹੈ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੋਲੀ ਹੈ, ਜਿਹੜਾ ਸਿਧਾਂਤ ਹੈ, ਉਹ ਤੁਸੀਂ ਪਕੜ ਨਹੀਂ ਸਕੇ। ਜੇ ਪਕੜ ਲੈਂਦੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਆਵਾਜ਼ਾਂ ਉੱਠਦੀਆਂ ਕਿ ਊਹਾਂ ਤਉ ਜਾਈਏ ਜਾਂ ਇਹਾਂ ਨਾ ਹੋਏ। ਜੇ ਗੁਰੂ ਲਈ ਜਾਂਦੇ ਆ ਤਾਂ ਗੁਰੂ ਇੱਥੇ ਵੀ ਹੈ। ਕਿਸ ਗੁਰਦੁਆਰੇ 'ਚ ਛੋਟੇ ਮੋਟੇ ਗੁਰਦੁਆਰੇ ਲੋਕਾਂ ਨੇ ਬਣਾਏ ਹੈ, ਬਸਤੀਆਂ 'ਚ ਵੀ ਹੈ, ਸ਼ਹਿਰਾਂ ਨਗਰਾਂ ਪਿੰਡਾਂ 'ਚ ਵੀ। ਤਾਂ ਇਹ ਗੁਰੂ ਹੈ, ਉਹੋ ਹੀ ਹੈ ਜਿਹਦੇ ਲਈ 1000 ਮੀਲ ਤੇ ਜਾਂਦੇ ਆ। ਤਾਂ ਇਹ ਵਿਚਾਰੋ ਕੋਈ ਤੁਹਾਡਾ ਮੁੱਖ ਪ੍ਰਯੋਜਨ ਗੁਰੂ ਨੂੰ ਮਿਲਣ ਦਾ ਹੈ ਕਿ ਪਰਮਾਤਮਾ ਨੂੰ ਮਿਲਣ ਦਾ ਹੈ ਕਿ ਮੰਦਰ ਮਕਾਨ ਵੇਖਣ ਲਈ ਹੈ? ਕੀ ਅਸੀਂ ਮਕਾਨ ਇੱਟ ਰੋੜੇ ਦਾ ਬਣਿਆ, ਗੁਰਬਾਣੀ ਔਰ ਜਿਹਦਾ ਗੁਰਬਾਣੀ ਪ੍ਰਤਿਪਾਦਨ ਕਰਦੀ ਹੈ ਕਿ ਅਸੀਂ ਇਹ ਤਿੰਨਾਂ ਨੂੰ ਇੱਕੋ ਦਰਜਾ ਹੀ ਰੱਖਦੇ ਹਾਂ ਵੀ ਇਹ ਉਹ ਇੱਕੋ ਜਿਹਾ ਉਹੋ ਜਿਹਾ ਹੀ ਮਕਾਨ ਹੈ, ਜਿਹੋ ਜਿਹਾ ਮਕਾਨ ਹੈ ਉਹੋ ਜਿਹੀ ਗੁਰਬਾਣੀ ਹੈ।
ਜਿਉ ਜੀ ਗੁਰਬਾਣੀ ਹੈ ਇਹੋ ਜਿਹੇ ਜਿਹਦੇ ਬਾਰੇ ਪ੍ਰਤੀਪਾਦਨ ਕਰਦੀ ਹੈ ਤਾਂ ਇਹ ਆਏਗਾ ਇਹ ਵੀ ਹਾਲੇ ਸਮਝਣਾ ਪਏਗਾ ਵੀ ਬਾਣੀ ਕਿਸ ਦਾ ਪ੍ਰਤੀਪਾਦਨ ਕਰਦੀ ਹੈ। ਕਿਤਨੇ ਲੋਕ ਗੁੱਟ ਕੇ ਪੋਥੀਆਂ ਗੁਰਬਾਣੀ ਪੜ੍ਹਦੇ ਆ, ਕਿਸੇ ਬਹੁਤਿਆਂ ਨੂੰ ਪੁੱਛੋ ਪਤਾ ਥੋੜਿਆਂ ਨੂੰ ਹੈ, ਭਰਮ ਬਹੁਤਿਆਂ ਨੂੰ ਹੈ। ਉਹਨਾਂ ਨੂੰ ਪੁੱਛ ਲੋ ਵੀ ਗੁਰਬਾਣੀ ਦਾ ਵਿਸ਼ਾ ਕੀ ਹੈ ਔਰ ਗੁਰਬਾਣੀ ਦਾ ਪਰਮ ਪ੍ਰਯੋਜਨ ਕੀ ਹੈ। ਤੇ ਜਿਹੜਾ ਆਦਮੀ ਪਰਮ ਪ੍ਰਯੋਜਨ ਵਿਸ਼ੇ ਤੋਂ ਰਹਿਤ ਇਹ ਨਹੀਂ ਜਾਣਦਾ ਤਾਂ ਉਸ ਨੂੰ ਆਪਣਾ ਪੁੱਛ ਲੋ ਵੀ ਤੇਰਾ ਪਰਮ ਪ੍ਰਯੋਜਨ ਕੀ ਹੈ ਬਾਣੀ ਪੜ੍ਹਨ ਦਾ। ਕੀ ਪੜ੍ਹਨ ਤਾਂ ਹੀ ਪ੍ਰਯੋਜਨ ਹੈ, ਕੀ ਉਪਲਬਧੀ ਚਾਹੁੰਦਾ, ਤਨ ਦੀ ਉਪਲਬਧੀ ਚਾਹੁੰਦਾ ਕਿ ਤਨ ਦੀ ਉਪਲਬਧੀ ਚਾਹੁੰਦਾ। ਔਰ ਤਨ ਵੀ ਤੇਰੇ ਪਾਸ ਬਹੁਤ ਵਧੀਆ ਮਨੁੱਖਾ ਸਰੀਰ ਹੈ ਤੇ ਵਰਤੋਂ ਜੋਗਾ ਨਿਰਵਾਹ ਲਈ ਧਨ ਵੀ ਤੈਨੂੰ ਮਿਲਦਾ। ਇਸ ਤੋਂ ਇਤਰ ਔਰ ਕੀ ਚਾਹੁੰਦਾ ਹੈ ਤਾਂ ਇਹ ਹੋਏਗਾ ਕਿ ਸੱਚਾ ਪਾਤਸ਼ਾਹ ਤੰਦਰੁਸਤੀ ਦੇਈ ਤੇ ਇਹਦੀ ਤੰਦਰੁਸਤੀ ਦੇ ਖਾਣ ਲਈ ਇਹਨੂੰ ਸਿਹਤ ਠੀਕ ਰੱਖੀ ਤੇ ਭੋਗ ਪਦਾਰਥ ਦੇਈ। ਇਹ ਲਕਸ਼ ਹੈ ਜਿਹੜਾ ਇਹ ਮਨੁੱਖ ਸਰੀਰ ਦਾ ਨਹੀਂਗਾ, ਇਹ ਲਕਸ਼ ਤਾਂ ਪਸ਼ੂ ਪੰਛੀਆਂ ਦਾ ਹੈ ਵੀ ਸਰੀਰ ਠੀਕ ਰਵੇ ਤੇ ਭੋਗ ਪਦਾਰਥਾਂ ਨੂੰ ਭੋਗਦੇ ਰਹੀਏ, ਖਾਂਦੇ ਪੀਂਦੇ ਰਹੀਏ। ਤੇ ਜੇਕਰ ਮਨੁੱਖ ਸਰੀਰ ਇਹ ਧਨ ਦੌਲਤੀ ਚਾਹੁੰਦਾ ਤਾਂ ਗੁਰੂਆਂ ਨੇ ਇਹਨੂੰ ਮਨਾ ਕੀਤਾ। ਗੁਰੂਆਂ ਨੇ ਕਹਿਤਾ ਕਿ ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ, ਸੁਖ ਨਾਹੀਂ ਪਰਦੇਸ ਪਰਮਾਏ, ਤੇ ਸਰਬ ਸੁਖ ਹਰ ਹਰ ਗੁਣ ਗਾਏ। ਗੁਰੂ ਕੋਈ ਔਰ ਬਾਤ ਬਤਾਉਂਦੇ ਆ ਤਾਂ ਇਥੋਂ ਇਹ ਹੋ ਗਿਆ ਵੀ ਸਿੱਖ ਪੰਥ ਸੀ ਜਿਹੜਾ ਬਹੁਤ ਉੱਤਮ ਵਿਚਾਰ, ਉੱਤਮ ਵਿਦਿਆ ਵਾਲਾ ਔਰ ਸਰਬ ਦੇ ਭਲੇ ਕਰਨ ਵਾਸਤੇ ਸੀ ਤੇ ਕਰਦਾ ਸੀ। ਅੱਜ ਕਰਦਾ ਕੋਈ ਨਹੀਂਗਾ ਭਲਾ, ਜਵਾਨੋ ਜਵਾਨੀ ਕਹਿ ਦਿੰਦੇ ਉਹਨਾਂ ਦਾ ਨਾਂ ਲੈਂਦੇ ਆ ਜੀ। ਸਿੱਖ ਪੰਥ ਤਾਂ ਸਰਬੱਤ ਦਾ ਭਲਾ ਚਾਹੁੰਦਾ ਹੈ ਪਰ ਕਰਦਾ ਨਹੀਂ। ਜਿਨ੍ਹਾਂ ਨੇ ਸਿੱਖ ਪੰਥ ਚਲਾਇਆ ਸੀ ਉਹ ਚਾਹੁੰਦੇ ਵੀ ਸੀ ਤੇ ਕਰਦੇ ਵੀ ਸੀ, ਪਰ ਤੋਂ ਪਿੱਛੇ ਚਾਹੋ ਵੀ ਸਰਬੱਤ ਦਾ ਭਲਾ ਤੇ ਕਰੋ ਵੀ ਸਰਬੱਤ ਦਾ ਭਲਾ, ਤਾਂ ਕਿ ਅਸੀਂ ਸਿੱਖ ਪੰਥ ਦੀ ਮਹਿਮਾ ਨੂੰ ਬਰਕਰਾਰ ਰੱਖੀਏ। ਤਾਂ ਇਹ ਲਈ ਸਾਨੂੰ ਬਾਣੀ ਚੋਂ ਸਿਧਾਂਤ ਸੇਧ ਮਿਲਦੀ ਹੈ ਤੇ ਜੇ ਅਸੀਂ ਆਪਣੇ ਆਪਣੇ ਲੋਭ ਲਹਿਰ ਦੇ ਵਿੱਚ ਆ ਗਏ ਤਾਂ ਫਿਰ ਆਏਗਾ ਨਾਨਕ ਪ੍ਰਕਾਸ਼ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਕਈ ਬਾਤਾਂ ਬੜੀਆਂ ਉੱਚੀਆਂ ਸੁੱਚੀਆਂ ਪੱਖਪਾਤ ਤੋਂ ਰਹਿਤ ਜ਼ਾਹਰ ਕਰਕੇ ਉਹਨਾਂ ਬਾਤਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋ ਕੇ
ਅਸੀਂ ਇਹਨਾਂ ਨੂੰ ਮਹਾਰਾਜ ਕਹਿੰਦੇ ਆ ਔਰ ਕਹਿਣਾ ਵੀ ਚਾਹੀਏ। ਤਾਂ ਅੰਤ ਨੂੰ ਇਹ ਆਉਂਦਾ ਹੈ ਕਿ ਮਹਾਰਾਜ ਦਾ ਤਾਤਪਰਜ ਕੀ ਹੈ। ਇਹਦੇ ਚੋਂ 20% ਲੋਕ ਆ ਜਿਹੜੇ ਗਿਆਨ ਰੱਖਦੇ ਇਸ ਗੱਲਾਂ ਦਾ, ਇਹ ਉਹਨਾਂ ਦੀ ਕਿਰਪਾ ਨਾਲ ਹੀ ਦੇਸ਼ ਦੁਨੀਆ 'ਚ ਸੁੱਖ ਸ਼ਾਂਤੀ ਚੱਲੀ ਜਾਂਦੀ ਹੈ। ਨਹੀਂ ਤਾਂ ਅੱਜ ਨੂੰ ਇਹ ਬੇਸਮਝ ਲੋਕ ਇਹ ਦੇਸ਼ ਦੇ ਪੱਥਰੇ ਉਡਾ ਦਿੰਦੇ। ਕਿਉਂ? ਇਹ ਗੁਰਬਾਣੀ ਦੇ ਜਿਹੜੀ ਸੀ ਇਹ ਦੁਨੀਆ ਦੀ ਕਲਿਆਣ ਵਾਸਤੇ ਔਰ ਜਿਉਂਦਿਆਂ ਜਿਉਂਦਿਆਂ ਸੁੱਖ ਸ਼ਾਂਤੀ ਪ੍ਰਦਾਨ ਕਰਨ ਵਾਸਤੇ ਸੀ। ਤਾਂ ਇੱਥੋਂ ਇਹ ਆਉਂਦਾ ਹੈ ਅਸੀਂ ਇਹਦੀ ਖੋਜ ਨੂੰ ਸਮਝ ਨਹੀਂ ਸਕੇ। ਜੇ ਸਮਝ ਲਈ ਤਾਂ ਲੋਭ ਲਾਲਚ ਦੇ ਅਧੀਨ ਹੋ ਕੇ ਚੱਲ ਨਹੀਂ ਸਕੇ। ਕਵੀ ਸੰਤੋਖ ਸਿੰਘ ਜੀ ਨੇ ਇਹ ਨਿਰਣਾ ਕਰਤਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਦਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਐਸੇ ਆਪਣੇ ਸੱਚੀ ਸੁੱਚੀ ਪ੍ਰਗਿਆ ਦੇ ਮਾਲਕ ਸੀ, ਜਿਹੜੀ ਉਹਨਾਂ ਦੀ ਬਾਣੀ ਸੀ। ਸਿੱਖਾਂ ਨੇ ਬੇਨਤੀ ਕੀਤੀ ਵੀ ਕਿ ਹੇ ਗੁਰੂ ਜੀ, ਜਦੋਂ ਬਾਕੀ ਗੁਰੂਆਂ ਦੀ ਬਾਣੀ ਹੈ ਤੇ ਤੁਹਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਜਾਣੀ ਚਾਹੀਦੀ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਨਾ ਕਰਤਾ ਕਿ ਉਹ ਸੰਤਾਂ ਦੀ ਬਾਣੀ ਹੈ ਔਰ ਜਿਹੜੀ ਸਾਡੀ ਬਾਣੀ ਹੈ ਇਹ ਰਜੋਗੁਣ ਪ੍ਰੇਰਿਤ ਹੈ। ਜਿਹੜੀ ਸੰਤਾਂ ਦੀ ਬਾਣੀ ਹੈ ਇਹ ਸਤੋ ਗੁਣ ਪ੍ਰੇਰਿਤ ਹੈ। ਇਸ ਵਾਸਤੇ ਸਤੋ ਗੁਣ ਦੇ ਵਿੱਚ ਰਜੋ ਤਮੋ ਗੁਣ ਦੀ ਸਮਾਈ ਨਹੀਂ ਹੁੰਦੀ। ਅਸੀਂ ਗੁਰੂਆਂ ਉਹਨਾਂ ਸੰਤਾਂ ਦੇ ਬਾਣੀ ਦੇ ਬਰਾਬਰ ਆਪਣੇ ਬਾਣੀ ਨਹੀਂ ਰੱਖ ਸਕਦੇ। ਕਿਉਂ? ਬੁੱਧੀਮਾਨ ਪੁਰਸ਼ ਸੀ, ਕਾਹਤੋਂ ਨਹੀਂ ਰੱਖ ਸਕਦੇ। ਇਹਦਾ ਨਿਰਣਾ ਕਵੀ ਸੰਤੋਖ ਸਿੰਘ ਜੀ ਲਿਖਦੇ ਕਿ 52 ਕਵੀ ਹਜੂਰ ਗੁਰ ਰਹਿਤ ਸਦਾ ਹੀ ਪਾਸ। ਗੁਰੂ ਗੋਬਿੰਦ ਸਿੰਘ ਜੀ ਦੇ ਹਜੂਰ 52 ਕਵੀ ਸਦਾ ਰਹਿੰਦੇ ਸੀ। ਉਹ ਰਜੋ ਗੁਣ ਨੂੰ ਪ੍ਰਭਾਵਿਤ ਕਰਨ ਵਾਸਤੇ ਕਾਵ ਕਵਿਤਾਵਾਂ ਲਿਖ ਲਿਖ ਕੇ ਗੁਰੂ ਜੀ ਨੂੰ ਸੁਣਾਉਂਦੇ। 52 ਕਵੀ ਹਜੂਰ ਗੁਰ ਰਹਿਤ ਸਦਾ ਹੀ ਪਾਸ। ਆਵਤ ਜਾਤ ਅਨੇਕ ਹੀ ਕਹਿ ਜਸ ਲੈ ਧਨ ਰਾਸ। ਤਿੰਨ ਕਵੀਆਂ ਬਾਣੀ ਰਚੀ ਲਿਖ ਕਾਗਦ ਤਲਵਾਏ। 9 ਮਣ ਉਤਰਿਆ ਭਾਰ ਤੇ ਸੂਖਮ ਰੂਪ ਬਤਾਏ। ਵਿਦਿਆ ਧਰ ਤਿਸ ਗ੍ਰੰਥ ਕਾ ਨਾਮ ਰੱਖਿਓ ਕਰ ਪ੍ਰੀਤ। ਨਾਨਾ ਵਿਧ ਕਵਤਾ ਰਚੇ ਰੁਚ ਰੁਚ ਨੌ ਰਸ ਰੀਤ। ਐਸ ਕਰਕੇ ਗੁਰੂਆਂ ਦੇ ਸੰਤਾਂ ਦੇ ਬਰਾਬਰ ਉਹ ਬਾਣੀ ਨਹੀਂ ਪਾਈ। ਉਹਨਾਂ ਨੇ ਕਿਹਾ ਉਹ ਸੰਤਾਂ ਦੀ ਬਾਣੀ। ਤਾਂ ਹੁਣ ਅਸੀਂ ਵੇਖਣਾ ਹੈ ਵੀ ਜਿਹੜਿਆਂ ਸੰਤਾਂ ਦੀ ਗੁਰਬਾਣੀ ਗੁਰੂ ਗੋਬਿੰਦ ਸਿੰਘ ਨੇ ਮਹਿਮਾ ਕੀਤੀ, ਕਵੀ ਸੰਤਾਂ ਦੇ ਨਾਲ ਬਰਾਬਰ ਨਹੀਂ ਹੋ ਸਕਦੇ। ਤਾਂ ਉਹ ਸੰਤਾਂ ਨੂੰ ਮਹਾਰਾਜ ਕਿਉਂ ਨਹੀਂ ਆਦੇ? ਜਦੋਂ ਗੁਰੂਆਂ ਨੂੰ ਹੀ ਮਹਾਰਾਜ ਬੋਲਦੇ ਆ ਤੇ ਬਾਕੀ ਸੰਤ ਮਹਾਰਾਜ ਨਹੀਂਗੇ। ਇਹ ਹੈਗਾ ਕਿ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ
ਉਹ ਤਾਂ ਸਮੂਹ ਸੰਤਾਂ ਨੂੰ ਮਹਾਰਾਜ ਹੀ ਕਹਿੰਦੇ ਐ। ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਸੁਣੋ ਸੁਣੀ ਗੁਰੂਆਂ ਨੂੰ ਕੱਲਿਆਂ ਨੂੰ ਮਹਾਰਾਜ ਕਹਿੰਦੇ, ਦੂਜਿਆਂ ਨੂੰ ਮਹਾਰਾਜ ਨਹੀਂ ਆਦੇ, ਕਿਉਂਕਿ ਉਹਨਾਂ ਨੂੰ ਆਪ ਪਰਖ ਨੇ। ਤੁਹਾਡੇ ਕੋਲੇ ਕੋਈ ਪ੍ਰਸ਼ਨ ਕਰਦਾ ਹੈ ਵੀ ਮਹਾਰਾਜ ਦਾ ਕੀ ਮਾਇਨਾ ਹੈ, ਸਭ ਤੋਂ ਪਹਿਲਾਂ ਮਹਾਰਾਜ ਨਾਨਕ ਜੀ ਮਹਾਰਾਜ ਨੂੰ ਕਹੋ। ਤੇ ਨਾਨਕ ਜੀ ਮਹਾਰਾਜ ਕਿਸੇ ਰਿਆਸਤ ਦੇ ਰਾਜੇ ਸੀ, ਕਿਸੇ ਸੂਬੇ ਦੇ ਰਾਜੇ ਸੀ, ਫਿਰ ਕਾਹਦੇ ਮਹਾਰਾਜ ਸੀ? ਇਹ ਗਿਆਨੀ ਪੁਰਸ਼ਾਂ ਨੂੰ ਪਤਾ ਹੈ ਵੀ ਮਹਾਰਾਜ ਦਾ ਤਾਤਪਰਜ ਕੀ ਹੈ। ਤੇ ਇਸੇ ਤਰ੍ਹਾਂ ਹੀ ਤੈ ਕੇ 10 ਗੁਰੂ ਤੇ 11ਵਾਂ ਗ੍ਰੰਥ ਸਾਹਿਬ, ਗ੍ਰੰਥ ਸਾਹਿਬ ਨੂੰ ਵੀ ਮਹਾਰਾਜ ਕਹਿੰਦੇ ਵੀ ਮਹਾਰਾਜ ਕਹਿ ਤਾਂ ਸਾਰੇ ਰਹੇ ਹੈ, ਔਰ ਪਤਾ ਸਾਰਿਆਂ ਨੂੰ ਨਹੀਂ ਗਾ ਵੀ ਮਹਾਰਾਜ ਦਾ ਕੀ ਮਤਲਬ ਹੈ। ਜੇ ਅਸੀਂ ਇਹ ਸਮਝ ਲਈਏ ਤਾਂ ਇਹੀ ਝੁਕ ਝੁਕ ਕੇ ਉਹਨਾਂ ਨੂੰ ਕਹਿਣਾ ਪਏਗਾ ਵੀ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਵਾਕਿਆ ਹੀ ਨਾਨਕ ਜੀ ਮਹਾਰਾਜ ਸੀ, ਵਾਕਿਆ ਹੀ ਅਰਜਨ ਦੇਵ ਜੀ, ਅਮਰਦਾਸ ਜੀ ਆਦਿ ਤੋਂ ਗੁਰੂ ਸੀ, ਮਹਾਰਾਜ ਸੀ, ਵਾਕਿਆ ਹੀ ਕਬੀਰ ਜੀ, ਰਵਿਦਾਸ ਜੀ, ਫਰੀਦ ਜੀ ਮਹਾਰਾਜ ਸੀ। ਕਿਉਂ ਮਹਾਰਾਜ? ਇਸ ਲਈ ਸੀ ਇਹ ਇਹਨਾਂ ਸਾਰਿਆਂ ਦੇ ਹਿਰਦੇ 'ਚ ਅਖੰਡ ਸਤਾ ਦਾ ਗਿਆਨ ਸਾਖਸ਼ਾਤ ਸੀ। ਜਿਸ ਦੇ ਹਿਰਦੇ ਦੇ ਵਿੱਚ ਅਖੰਡ ਸਤਾ ਦਾ ਸਾਖਸ਼ਾਤ ਹੋ ਕਰਕੇ ਹਿਰਦੇ ਦਾ ਬਾਧ ਹੋ ਜਾਂਦਾ ਹੈ, ਉਹ ਅਖੰਡ ਸਤਾ ਸ਼ੇਸ਼ ਰਹਿ ਜਾਂਦੀ ਹੈ। ਉਸ ਅਖੰਡ ਸਤਾ ਦਾ ਨਾਮ ਮਹਾਰਾਜ ਹੈ। ਇਹ ਰਾਜ ਨੂੰ ਬ੍ਰਹਮ ਵਿਗਿਆਨ, ਬ੍ਰਹਮ ਵਿਦਿਆ ਕਿਹਾ। ਇਹ ਕੀ ਹੈ ਕਿ ਰਾਜ ਵਿਦਿਆ, ਰਾਜ ਗੋਹਮ ਪਵਿੱਤਰ ਮਦਮ ਪਵਿੱਤਰ ਹੈ। ਇਹ ਰਾਜ ਵਿਦਿਆ, ਇਹਨੂੰ ਗੁਰੂਆਂ ਨੇ ਸਿੱਖ ਪੰਥ 'ਚ ਬ੍ਰਹਮ ਗਿਆਨ ਕਿਹਾ। ਜਿਨ੍ਹਾਂ ਨੂੰ ਬ੍ਰਹਮ ਦਾ ਸਾਖਸ਼ਾਤ ਅਦੁੱਤੀ ਸਰੂਪ 'ਚ, ਆਪਣੇ ਰੂਪ 'ਚ ਹੋ ਗਿਆ, ਉਹ ਸਾਰੇ ਮਹਾਰਾਜ ਹੈ। ਮਹਾਰਾਜ ਅਨੇਕ ਨਹੀਂ ਹੁੰਦੇ, ਮਹਾਰਾਜ ਏਕ ਹੀ ਹੁੰਦਾ ਤੇ ਰਾਜ ਅਨੇਕ ਹੁੰਦੇ ਆ। ਤੇ ਜਿਹੜੇ ਇਸ ਰਾਜ ਦੀ ਸਾਸਨਾ ਕਰਨ ਵਾਲੇ ਤੇ ਸਾਸਨਾ ਸਹਿਣ ਵਾਲੇ ਆ, ਉਹ ਅਨੇਕ ਹੁੰਦੇ। ਅਸੀਂ ਇਹ ਗ੍ਰੰਥਾਂ ਨੂੰ ਵੇਖੋ, ਗੁਰੂ ਗ੍ਰੰਥ ਸਾਹਿਬ ਨੂੰ ਜੇ ਗ੍ਰੰਥ ਦੇ ਰੂਪ 'ਚ ਵੀ ਲਿਆਈਏ ਤਾਂ ਅਸੀਂ ਇਹ ਵੇਖਣਾ ਪਊਗਾ ਵੀ ਇਹ ਸ਼ਾਸਤਰ ਹੈ ਕਿ ਦਰਸ਼ਨ ਸ਼ਾਸਤਰ ਹੈ। ਗੁਰੂ ਜੀ ਦਾਰਸ਼ਨਕ ਸੀ ਕਿ ਉਪਾਸ਼ਕ ਸੀ? ਤਾਂ ਇਹ ਹੈ ਵੀ ਭਾਵਾਂ ਗੁਰੂਆਂ ਦੀ ਮਹਿਮਾ ਅਸੀਂ ਇੱਕ ਦੂਜੇ ਤੋਂ ਸੁਣੀ, ਪਰ ਆਪਣੀ ਗਿਆਤ ਨਾਲ ਨਹੀਂ ਜਾਣੀ ਵੀ ਦਾਰਸ਼ਨਕ ਲੋਕ ਕੌਣ ਹੈ। ਪਹਿਲਾਂ ਯੂਨਾਨ ਦੇ ਵਿੱਚ ਅੱਜ ਤੋਂ 24-2500 ਵਰ੍ਹਾ ਪਹਿਲਾਂ ਮਹਾਤਮਾ ਦਾਰਸ਼ਨਕ ਸੁਕਰਾਤ ਜੀ ਹੋਏ। ਸੁਕਰਾਤ ਨੇ ਸਤ ਸਰੂਪ ਦਾ ਸਾਖਸ਼ਾਤ ਕੀਤਾ। ਜਿਨ੍ਹਾਂ ਦੇ ਗਾਂ ਦਾਰਸ਼ਨਕ ਚੇਲੇ ਪਲੋਟੋ, ਅਰਸਤੂ ਵਰਗੇ ਮਸ਼ਹੂਰ ਹੋਏ।